ਸਤਿ ਸ਼੍ਰੀ ਅਕਾਲ ਸਾਰੇ ਬੱਚਿਓ। ਸਵਾਗਤ ਹੈ ਤੁਹਾਡਾ ਪੰਜਾਬੀ ਦੀ ਕਲਾਸ ਦੇ ਵਿੱਚ। ਮੈਂ ਗੁਰਤਿੰਦਰ ਕੌਰ, ਪੰਜਾਬੀ ਮਿਸਟਰੈਸ ਸਰਕਾਰੀ ਹਾਈ ਸਕੂਲ ਦੱਪਰ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ। ਹਾਂਜੀ ਬੇਟਾ ਜੀ, ਅੱਜ ਅਸੀਂ ਆਪਣਾ ਪੰਜਾਬੀ ਦਾ ਜਿਹੜਾ ਵਿਸ਼ਾ ਹੈ ਉਹ ਹੈ ਪੰਜਾਬੀ ਚਿੱਠੀ ਪੱਤਰ ਦਾ ਜਾਂ ਬਿਨੇ ਪੱਤਰ। ਪੰਜਾਬੀ ਦੇ ਵਿੱਚ ਅਸੀਂ ਚਿੱਠੀ ਪੱਤਰ, ਬਿਨੇ ਪੱਤਰ ਲਿਖਦੇ ਹਾਂ। ਤੁਸੀਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਹੋ, ਸਕੂਲ 'ਚੋਂ ਕੋਈ ਛੁੱਟੀ ਲੈਣੀ ਹੁੰਦੀ ਹੈ ਤਾਂ ਤੁਸੀਂ ਅਰਜੀ ਲਿਖਦੇ ਹੋ, ਐਪਲੀਕੇਸ਼ਨ ਲਿਖਦੇ ਹੋ, ਬਿਨੇ ਪੱਤਰ ਲਿਖਦੇ ਹੋ ਕਿ ਤੁਸੀਂ ਸਕੂਲ ਨਹੀਂ ਆਉਣਾ, ਤੁਹਾਨੂੰ 1 ਦਿਨ ਦੀ ਛੁੱਟੀ ਦਿੱਤੀ ਜਾਵੇ, ਵਿਆਹ ਜਾਣਾ ਹੈ 4 ਦਿਨ ਦੀ ਛੁੱਟੀ ਦਿੱਤੀ ਜਾਵੇ। ਤਾਂ ਇਹੀ ਜਿਹੜੀ ਹੈ ਸਾਡੀ ਚਿੱਠੀ ਪੱਤਰ ਹੈ, ਬਿਨੇ ਪੱਤਰ ਹੈ। ਇਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਚਿੱਠੀ ਪੱਤਰ, ਬਿਨੇ ਪੱਤਰ ਕੀ ਹੈ, ਕਿਵੇਂ ਇਹਨੂੰ ਅਸੀਂ ਲਿਖਣਾ। ਉਹ ਸਾਰੀ ਗੱਲ ਨੂੰ ਤੁਸੀਂ ਨਾਲ ਸਮਝਣਾ। ਇੱਥੇ ਸਲਾਈਡ ਦੇ ਵਿੱਚ ਤੁਹਾਨੂੰ ਇੱਕ ਫੋਟੋ ਦਿਖ ਰਹੀ ਹੈ। ਫੋਟੋ ਦੇ ਵਿੱਚ ਬੇਟੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜਾ ਜੈਂਟਲਮੈਨ ਹੈ, ਇੱਕ ਸਰ ਜਿਹੜੇ ਨੇ, ਉਹ ਚਿੱਠੀਆਂ ਜਿਹੜੀਆਂ ਨੇ ਇੱਕ ਲਾਲ ਜਿਹਾ ਤੁਹਾਨੂੰ ਬਾਕਸ ਨਜ਼ਰ ਆ ਰਿਹਾ ਹੈ, ਡੱਬਾ ਨਜ਼ਰ ਆ ਰਿਹਾ, ਉਹਦੇ ਵਿੱਚੋਂ ਕੱਢ ਰਹੇ ਨੇ। ਪਤਾ ਤੁਹਾਨੂੰ ਕੌਣ ਹੈ ਇਹ? ਹਾਂ, ਡਾਕੀਆ। ਡਾਕੀਆ ਜਿਹੜਾ ਹੈ ਉਹ ਤੁਹਾਡੇ ਚਿੱਠੀ ਪੱਤਰ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾਉਣ ਦੇ ਵਿੱਚ ਖਾਸ ਰੋਲ ਅਦਾ ਕਰਦੇ ਨੇ। ਇਸ ਬਾਕਸ ਦੇ ਵਿੱਚ ਤੁਸੀਂ ਚਿੱਠੀ ਪੱਤਰ ਨੂੰ ਪਾਉਂਦੇ ਹੋ ਅਤੇ ਉਹ ਚਿੱਠੀ ਪੱਤਰ ਜਿਹੜੀ ਹੈ ਡਾਕੀਆ ਕੱਢ ਕੇ ਲੈ ਕੇ ਜਾਂਦਾ। ਫਿਰ ਪਿੰਨ ਕੋਡ ਲਿਖੇ ਹੁੰਦੇ ਨੇ, ਜਿਹੜੇ ਪਿੰਨ ਕੋਡ ਦੇ ਹਿਸਾਬ ਨਾਲ ਹੀ ਚਿੱਠੀਆਂ ਜਿਹੜੀਆਂ ਅੱਗੇ ਪਹੁੰਚਾਈਆਂ ਜਾਂਦੀਆਂ ਨੇ। ਠੀਕ ਹੈ, ਇਹ ਅੱਗੇ ਡਿਟੇਲ ਦੇ ਵਿੱਚ ਅਸੀਂ ਗੱਲਾਂ ਫੇਰ ਕਰਾਂਗੇ। ਪਹਿਲਾਂ ਅਸੀਂ ਇਹਦੇ ਖਾਸ ਨੁਕਤਿਆਂ 'ਤੇ ਚੱਲਦੇ ਹਾਂ ਕਿ ਸਾਡੇ ਚਿੱਠੀ ਪੱਤਰ ਜਾਂ ਬਿਨੇ ਪੱਤਰ ਲਈ ਜ਼ਰੂਰੀ ਗੱਲਾਂ ਕਿਹੜੀਆਂ ਨੇ। ਪੱਤਰ ਰਚਨਾ ਲਈ ਜ਼ਰੂਰੀ ਗੱਲਾਂ ਤੁਹਾਨੂੰ ਸਲਾਈਡ ਦੇ ਨਾਲ ਦਿਖ ਰਿਹਾ ਹੋਣਾ। ਪੱਤਰ ਰਚਨਾ, ਜਦੋਂ ਵੀ ਤੁਸੀਂ ਕੋਈ ਅਰਜੀ, ਕੋਈ ਪੱਤਰ ਲਿਖਣਾ ਹੈ, ਕੋਈ ਚਿੱਠੀ ਲਿਖਣੀ ਹੈ, ਕੋਈ ਐਪਲੀਕੇਸ਼ਨ ਲਿਖਣੀ ਹੈ, ਤਾਂ ਉਹਦੇ ਲਈ ਖਾਸ ਗੱਲਾਂ ਕਿਹੜੀਆਂ ਤੁਹਾਡੇ ਦਿਮਾਗ 'ਚ ਹੋਣੀਆਂ ਚਾਹੀਦੀਆਂ ਨੇ, ਕਿਵੇਂ ਲਿਖਣਾ ਚਾਹੀਦਾ ਆ। ਸਭ ਤੋਂ ਜ਼ਰੂਰੀ ਗੱਲ ਕਿ ਤੁਹਾਡੇ ਪੱਤਰ ਦੀ ਭਾਸ਼ਾ ਜਿਹੜੀ ਆ ਉਹ ਸ਼ੁੱਧ ਹੋਣੀ ਚਾਹੀਦੀ ਹੈ, ਸਪਸ਼ਟ ਹੋਣੀ ਚਾਹੀਦੀ ਹੈ। ਭਾਸ਼ਾ ਜਿਹਦੇ ਰਾਹੀਂ ਤੁਸੀਂ ਆਪਣੇ ਵਿਚਾਰ ਦੂਜੇ ਦੇ ਸਾਹਮਣੇ ਪ੍ਰਗਟ ਕਰਦੇ ਹੋ, ਉਹ ਤੁਸੀਂ ਲਿਖ ਕੇ ਪ੍ਰਗਟ ਕਰਨਾ। ਅਤੇ ਲਿਖਣ ਵੇਲੇ ਤੁਹਾਡੀ ਜਿਹੜੀ ਭਾਸ਼ਾ ਹੈ ਉਹ ਸ਼ੁੱਧ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਨੰਬਰ 2, ਪੱਤਰ ਦੇ ਵਿੱਚ ਕੋਈ ਵੀ ਗੈਰ ਜ਼ਰੂਰੀ ਗੱਲਾਂ ਨਹੀਂ ਲਿਖਣੀਆਂ ਚਾਹੀਦੀਆਂ। ਜਿਹੜੇ ਸਾਡੇ ਚਿੱਠੀ ਪੱਤਰ ਨੇ, ਜਿਹੜੇ ਸਾਡੇ ਬਿਨੇ ਪੱਤਰ ਨੇ, ਉਹਨਾਂ ਦੇ ਵਿੱਚ ਸਿਰਫ ਆਪਾਂ ਜਿਹੜਾ ਵਿਸ਼ਾ ਹੈ, ਜਿਸ ਵਿਸ਼ੇ ਨਾਲ ਸੰਬੰਧਿਤ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਉਸੇ ਵਿਸ਼ੇ ਨਾਲ ਸੰਬੰਧਿਤ ਗੱਲਾਂ, ਜ਼ਰੂਰੀ ਗੱਲਾਂ ਹੀ ਲਿਖਣੀਆਂ ਨੇ। ਗੈਰ ਜ਼ਰੂਰੀ, ਜੋ ਗੱਲਾਂ ਜ਼ਰੂਰੀ ਨਹੀਂ ਹੁੰਦੀਆਂ, ਉਹ ਚਿੱਠੀ ਪੱਤਰ ਵਿੱਚ ਲਿਖਣੀਆਂ ਨਹੀਂ ਚਾਹੀਦੀਆਂ। ਨੰਬਰ 3, ਸੰਖੇਪ ਰੂਪ ਵਿੱਚ ਗੱਲ ਪੂਰੀ ਕਰਨੀ ਚਾਹੀਦੀ ਹੈ। ਜਿਹੜਾ ਬਿਨੇ ਪੱਤਰ ਹੁੰਦਾ ਉਹਦੇ ਵਿੱਚ ਗੱਲ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਲਿਖੀ ਦੀ, ਸੰਖੇਪ, ਛੋਟੇ ਰੂਪ ਦੇ ਵਿੱਚ ਆਪਣੀ ਪੂਰੀ ਗੱਲ ਜਿਹੜੀ ਹੈ ਕਹਿਣੀ ਚਾਹੀਦੀ ਹੈ, ਤਾਂ ਜੋ ਪੜ੍ਹਨ ਵਾਲੇ ਨੂੰ ਗੱਲ ਜਿਹੜੀ ਹੈ ਸਮਝ ਆ ਸਕੇ। ਨੰਬਰ 4, ਪੱਤਰ ਜਿਹੜਾ ਪੈਰਿਆਂ ਦੇ ਵਿੱਚ ਲਿਖਣਾ ਚਾਹੀਦਾ। ਤੁਹਾਨੂੰ ਇਹ ਆਦਤ ਹੁਣ ਹੌਲੀ ਹੌਲੀ ਪੈ ਵੀ ਜਾਂਦੀ ਆ। ਛੋਟੀਆਂ ਕਲਾਸਾਂ ਦੇ ਵਿੱਚ ਤੁਸੀਂ ਛੋਟੇ ਪੈਰੇ, ਵੱਡੀਆਂ ਕਲਾਸਾਂ ਦੇ ਵਿੱਚ ਤੁਸੀਂ ਵੱਡੀਆਂ ਵਿਸ਼ੇ ਦੇ ਉੱਤੇ ਗੱਲ ਕਰਦੇ ਹੋ ਤਾਂ ਵੱਡੇ ਪੈਰੇ ਵੀ ਬਣ ਜਾਂਦੇ ਨੇ। ਪੱਤਰ ਜਿਹੜਾ ਉਹ ਪੈਰਿਆਂ ਦੇ ਵਿੱਚ ਲਿਖਣਾ ਚਾਹੀਦਾ ਹੈ। ਬੇਟੇ ਪੈਰਿਆਂ 'ਚ ਆਪਾਂ ਗੱਲ ਕਿਉਂ ਕਰਨੀ ਆ? ਕਿਉਂਕਿ ਜਦੋਂ ਅਸੀਂ ਪੱਤਰ ਲਿਖਦੇ ਹਾਂ, ਪਹਿਲਾਂ ਪੱਤਰ ਦਾ ਜਿਹੜਾ ਤੁਹਾਨੂੰ ਵਿਸ਼ਾ ਹੁੰਦਾ ਉਹਦੇ ਬਾਰੇ ਤੁਸੀਂ ਆਪਣੀ ਗੱਲ ਕਰਨੀ ਹੁੰਦੀ ਹੈ, ਫਿਰ ਉਹਦੇ ਕਾਰਨ, ਫਿਰ ਉਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ, ਕੋਈ ਸੁਝਾਅ ਵੀ ਦਿੱਤਾ ਜਾ ਸਕਦਾ, ਤੁਸੀਂ ਉਮੀਦ ਕਰਦੇ ਹੋ। ਠੀਕ ਹੈ, ਅਤੇ ਇਹ ਸਾਰੀਆਂ ਗੱਲਾਂ ਵੱਖ-ਵੱਖ ਪੈਰਿਆਂ ਦੇ ਵਿੱਚ ਕਰਨੀਆਂ ਪੈਂਦੀਆਂ ਨੇ। ਇੱਕ ਪੈਰੇ 'ਚ ਇੱਕੋ ਤਰ੍ਹਾਂ ਦੀ ਗੱਲ ਜਿਹੜੀ ਹੈ ਲਿਖਣੀ ਹੁੰਦੀ ਆ। ਇਸ ਕਰਕੇ ਜਿਹੜਾ ਬਿਨੇ ਪੱਤਰ ਹੈ ਉਹ ਪੱਤਰ ਰਚਨਾ ਦੇ ਵਿੱਚ ਸਾਨੂੰ ਖਾਸ ਤੌਰ 'ਤੇ ਜਿਹੜਾ ਪੱਤਰ ਆ ਉਹ ਪੈਰਿਆਂ ਦੇ ਵਿੱਚ ਲਿਖਣਾ ਚਾਹੀਦਾ। ਨੰਬਰ 5, ਪੈਰਿਆਂ ਨੂੰ ਤਰਤੀਬ ਵਿੱਚ ਲਿਖਣਾ ਚਾਹੀਦਾ। ਹੁਣ ਪੈਰਿਆਂ ਦੀ ਵੀ ਇੱਕ ਤਰਤੀਬ ਹੋਣੀ ਚਾਹੀਦੀ ਹੈ, ਸੀਰੀਅਲ ਆਰਡਰ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ। ਪਹਿਲਾਂ ਤੁਸੀਂ ਸਮੱਸਿਆ ਬਾਰੇ ਗੱਲ ਕੀਤੀ, ਫਿਰ ਸਮੱਸਿਆ ਦੇ ਨਾਲ ਤੁਹਾਨੂੰ ਕਿਹੜੀਆਂ ਦਿੱਕਤਾਂ ਆ ਰਹੀਆਂ ਉਹਦੀ ਗੱਲ ਕੀਤੀ ਆ, ਫਿਰ ਇਹਦੇ ਲਈ ਤੁਸੀਂ ਕੀ ਚਾਹੁੰਦੇ ਹੋ, ਕੀ ਕੀਤਾ ਜਾਵੇ, ਫਿਰ ਉਹਦੀ ਗੱਲ ਕਰਨੀ। ਇੱਕ ਤਰਤੀਬ ਹੈ, ਪਹਿਲਾਂ ਆਪਣੀ ਸਮੱਸਿਆ ਨੂੰ ਦੱਸਣਾ, ਉਹ ਸਮੱਸਿਆ ਨਾਲੋਂ ਕੀ ਪ੍ਰਭਾਵ ਪੈ ਰਿਹਾ, ਫਿਰ ਉਸ ਦਾ ਹੱਲ ਕੀ ਹੋ ਸਕਦਾ ਹੈ। ਇਹ ਜਿਹੜੀ ਚੀਜ਼ ਹੈਗੀ ਆ, ਇਹ ਪੈਰਿਆਂ ਦੇ ਵਿੱਚ ਤਰਤੀਬ ਵਿੱਚ ਲਿਖਣੀ ਚਾਹੀਦੀ ਆ। ਨੰਬਰ 6, ਪੱਤਰ ਦਾ ਆਰੰਭ ਤੇ ਅੰਤ ਪੱਤਰ ਦੇ ਵਿਸ਼ੇ ਦੇ ਅਨੁਸਾਰ ਹੋਣਾ ਚਾਹੀਦਾ। ਠੀਕ ਹੈ, ਤੁਸੀਂ ਕਿੰਨੀ ਪੱਤਰ ਲਿਖਦੇ ਹੋ? ਜੇ ਮੁੱਖ ਅਧਿਆਪਕ ਨੂੰ ਲਿਖਦੇ ਆ, ਉਹਦਾ ਕੋਈ ਹੋਰ ਹਿਸਾਬ ਆ ਲਿਖਣ ਦਾ, ਸੇਵਾ ਵਿਖੇ ਮੁੱਖ ਅਧਿਆਪਕ ਜੀ।
ਜੇਕਰ ਤੁਸੀਂ ਆਪਣੇ ਮਾਤਾ ਪਿਤਾ ਨੂੰ ਪੱਤਰ ਲਿਖਦੇ ਹੋ ਪੈਸੇ ਮੰਗਾਉਣ ਲਈ ਜਾਂ ਆਪਣੇ ਪ੍ਰੀਖਿਆ ਦੀ ਤਿਆਰੀ ਦੇ ਲਈ ਜਾਂ ਫਿਰ ਆਪਣਾ ਰਿਜ਼ਲਟ ਦੱਸਣ ਦੇ ਲਈ, ਉਹਦਾ ਹੋਰ ਤਰੀਕਾ ਹੈ। ਉਹ ਤੁਸੀਂ ਸਾਰਾ ਦੂਜੇ ਪਾਸੇ ਪੇਜ ਦਾ ਜਿਹੜਾ ਇੱਕ ਖੱਬਾ ਪਾਸਾ ਹੈ ਤੇ ਇੱਕ ਸੱਜਾ ਪਾਸਾ ਹੈ। ਜਿਹੜੇ ਇਹ ਨਿੱਜੀ ਪੱਤਰ ਨੇ ਤੁਸੀਂ ਸੱਜੇ ਪਾਸੇ ਤੋਂ ਲਿਖਦੇ ਹੋ। ਉਹਦੇ ਵਿੱਚ ਤੁਸੀਂ ਸੇਵਾ ਵਿਖੇ ਮਾਤਾ ਪਿਤਾ ਨਹੀਂ ਲਿਖਦੇ, ਉਹਦੇ ਵਿੱਚ ਤੁਸੀਂ ਕੀ ਲਿਖਦੇ ਹੋ? ਸਤਿਕਾਰਯੋਗ ਪਿਤਾ ਜੀ, ਸਤਿਕਾਰਯੋਗ ਮਾਤਾ ਜੀ। ਤਾਂ ਵਿਸ਼ੇ ਦੇ ਅਨੁਸਾਰ ਜਿਹੋ ਜਿਹਾ ਪੱਤਰ ਦਾ ਵਿਸ਼ਾ ਹੈ ਉਹਦੇ ਅਨੁਸਾਰ ਪੱਤਰ ਦਾ ਆਰੰਭ ਹੋਣਾ ਚਾਹੀਦਾ ਹੈ। ਇੱਦਾਂ ਹੀ ਪੱਤਰ ਦਾ ਅੰਤ ਵੀ ਵਿਸ਼ੇ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ। ਅੰਤ ਤੋਂ ਕੀ ਭਾਵ ਆ ਵੀ ਤੁਸੀਂ ਜੇਕਰ ਮੁੱਖ ਅਧਿਆਪਕ ਨੂੰ ਲਿਖੀਏ ਤਾਂ ਅੰਤ ਵਿੱਚ ਅਸੀਂ ਕੀ ਲਿਖਦੇ ਆ? ਆਪ ਜੀ ਦਾ ਆਗਿਆਕਾਰੀ। ਜੇਕਰ ਤੁਸੀਂ ਆਪਣੇ ਮਾਤਾ ਪਿਤਾ ਨੂੰ ਲਿਖੀਏ ਆਪ ਜੀ ਦਾ ਸਪੁੱਤਰ ਸਪੁੱਤਰੀ, ਇਹ ਲਿਖੋਗੇ। ਉੱਥੇ ਆਗਿਆਕਾਰੀ ਨਹੀਂ ਆਪਾਂ ਸ਼ਬਦ ਵਰਤਦੇ। ਇੱਦਾਂ ਹੀ ਜੇਕਰ ਤੁਸੀਂ ਕੋਈ ਆਫੀਸ਼ੀਅਲ ਦਫ਼ਤਰੀ ਪੱਤਰ ਲਿਖਿਆ ਉੱਥੇ ਕੀ ਲਿਖਾਂਗੇ? ਆਪ ਜੀ ਦਾ ਵਿਸ਼ਵਾਸ ਪਾਤਰ। ਤਾਂ ਇਹ ਗੱਲਾਂ ਤੁਹਾਨੂੰ ਅੱਗੇ ਜਾ ਕੇ ਮੈਂ ਸਮਝਾਉਣੀਆਂ ਨਾਲ ਨਾਲ। ਤਾਂ ਪੱਤਰ ਦਾ ਜਿਹੜਾ ਆਰੰਭ ਤੇ ਅੰਤ ਹੈ ਉਹ ਵਿਸ਼ੇ ਦੇ ਅਨੁਸਾਰ ਹੋਣਾ ਚਾਹੀਦਾ ਹੈ। ਨੰਬਰ 7, ਪੱਤਰ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਹੋਣੀ ਚਾਹੀਦੀ ਹੈ। ਇਹ ਚੀਜ਼ ਜਿਹੜੀ ਹੈ ਬੱਚੇ ਬਹੁਤ ਨਿਗਲੈਕਟ ਹੋ ਜਾਂਦੀ ਹੈ, ਵੱਡੇ ਵੀ ਤੇ ਛੋਟੇ ਵੀ। ਬਹੁਤੀ ਵਾਰੀ ਆਪਾਂ ਕੀ ਕਰਦੇ ਹਾਂ, ਪੱਤਰ ਲਿਖਣ ਵੇਲੇ ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਨਹੀਂ ਕਰਦੇ। ਕਿਤੇ ਕੌਮਾ ਆਉਣਾ ਹੈ, ਡੰਡੀ ਆਉਣੀ ਹੈ, ਇਹਨਾਂ ਚੀਜ਼ਾਂ ਦਾ ਪੱਤਰ ਦੇ ਵਿੱਚ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਤਾਂ ਹੀ ਉਹ ਜਿਹੜਾ ਹੈ ਸ਼ੁੱਧ ਭਾਸ਼ਾ ਦਾ ਜਿਹੜਾ ਵਿਅਕਤ ਹੋ ਸਕਦੀ ਹੈ ਉਹਦੇ ਵਿੱਚ। ਨੰਬਰ 8, ਪੱਤਰ ਦੇ ਵਿੱਚ ਅੱਖਰਾਂ ਦੀ ਕੱਟ ਵੱਢ ਨਹੀਂ ਕਰਨੀ ਚਾਹੀਦੀ। ਕਟਿੰਗ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਅੱਖਰ ਲਿਖਿਆ ਤੁਸੀਂ ਗਲਤ ਹੋ ਗਿਆ ਕੋਈ ਸ਼ਬਦ, ਤੁਸੀਂ ਉਹਨੂੰ ਕੱਟ ਦਿੱਤਾ ਫਿਰ ਨਵਾਂ ਸ਼ਬਦ ਲਿਖ ਦਿੱਤਾ। ਇੱਦਾਂ ਦੀ ਜਿਹੜੀ ਕਟਿੰਗ ਹੈ ਬੇਟੇ ਉਹ ਦੇਖਣ ਨੂੰ ਚੰਗੀ ਨਹੀਂ ਲੱਗਦੀ। ਉਹਦਾ ਪ੍ਰਭਾਵ ਜਿਹੜਾ ਹੈਗਾ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਵੀ ਤੇ ਉਂਝ ਵੀ ਦੇਖਣ ਦੇ ਵਿੱਚ ਉਹ ਵਧੀਆ ਨਹੀਂ ਲੱਗਦਾ। ਇਸ ਕਰਕੇ ਪੱਤਰ ਲਿਖਣ ਵੇਲੇ ਤੁਹਾਡੇ ਮਾਈਂਡ ਦੇ ਵਿੱਚ, ਤੁਹਾਡੇ ਦਿਮਾਗ ਦੇ ਵਿੱਚ ਵਿਸ਼ਾ ਬਿਲਕੁਲ ਕਲੀਅਰ ਹੋਣਾ ਚਾਹੀਦਾ। ਤੁਸੀਂ ਕੀ ਲਿਖਣਾ ਉਹ ਤੁਹਾਡੇ ਦਿਮਾਗ ਦੇ ਵਿੱਚ ਸਪਸ਼ਟ ਹੋਣਾ ਚਾਹੀਦਾ ਤੇ ਉਹਦੇ ਲਈ ਸਹੀ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਾਰ-ਬਾਰ ਅੱਖਰਾਂ ਦੀ ਕੱਟ ਵੱਢ ਨਹੀਂ ਕਰਨੀ ਚਾਹੀਦੀ, ਉਹਦੇ ਨਾਲ ਪੱਤਰ ਦੀ ਜਿਹੜੀ ਰੂਪ ਰੇਖਾ ਉਹ ਵਿਗੜ ਜਾਂਦੀ ਹੈ। ਠੀਕ ਹੈ ਬੇਟਾ ਜੀ। ਤਾਂ ਇਹ ਜਿਹੜੀਆਂ ਨੇ ਜ਼ਰੂਰੀ ਗੱਲਾਂ ਨੇ ਪੱਤਰ ਰਚਨਾ ਦੇ ਲਈ ਕਿ ਪੱਤਰ ਲਿਖਣ ਵੇਲੇ ਸਾਨੂੰ ਕਿਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਹੁਣ ਆਪਾਂ ਅਗਲੀ ਗੱਲ ਕਰਦੇ ਹਾਂ। ਅੱਗੇ ਬੇਟੇ ਪੱਤਰਾਂ ਦੀ ਵੰਡ ਜਾਂ ਪੱਤਰਾਂ ਦੀਆਂ ਕਿਸਮਾਂ। ਕਿੰਨੇ ਤਰ੍ਹਾਂ ਦੇ ਪੱਤਰ ਜਿਹੜੇ ਆ ਉਹ ਹੁੰਦੇ ਨੇ। ਪੱਤਰ ਬੇਟੇ ਵੈਸੇ ਅਸੀਂ ਦੋ ਤਰੀਕੇ ਦੇ ਹੁੰਦੇ ਆ, ਉਪਚਾਰਿਕ ਤੇ ਅਣਉਪਚਾਰਿਕ। ਫਾਰਮਲ ਜਿਹਨੂੰ ਤੁਸੀਂ ਕਹਿੰਦੇ ਹੋ ਇੰਗਲਿਸ਼ ਦੇ ਵਿੱਚ, ਉਹ ਉਪਚਾਰਿਕ ਹੁੰਦਾ। ਤਾਂ ਉਪਚਾਰਿਕ ਪੱਤਰ ਵੀ ਸਾਡੇ ਕੋਲ ਦੋ ਤਰ੍ਹਾਂ ਦੇ ਨੇ, ਵਪਾਰਕ ਪੱਤਰ ਹੈ ਤੇ ਦਫ਼ਤਰੀ ਪੱਤਰ ਹੈ। ਦੂਜੇ ਪਾਸੇ ਨੇ ਅਣਉਪਚਾਰਿਕ ਪੱਤਰ। ਅਣਉਪਚਾਰਿਕ ਪੱਤਰ ਜਿਹੜਾ ਉਹ ਇੱਕੋ ਕਿਸਮ ਦਾ ਆਪਣੇ ਕੋਲ ਨਿੱਜੀ ਪੱਤਰ ਜਾਂ ਵਿਅਕਤੀਗਤ ਪੱਤਰ ਜਿਹਨੂੰ ਆਪਾਂ ਕਹਿੰਦੇ ਆ ਪਰਸਨਲ ਲੈਟਰ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਇੰਗਲਿਸ਼ ਦੇ ਵਿੱਚ। ਠੀਕ ਹੈ। ਤਾਂ ਇਹ ਜਿਹੜੀ ਦੋ ਤਰ੍ਹਾਂ ਦੀ ਪੱਤਰਾਂ ਦੀ ਵੰਡ ਕੀਤੀ ਜਾਂਦੀ ਹੈ, ਉਪਚਾਰਿਕ ਤੇ ਅਣਉਪਚਾਰਿਕ। ਤੇ ਅੱਗੇ ਇਹਨਾਂ ਦੀਆਂ ਤਿੰਨ ਵੰਡਾਂ ਆ ਜਾਂਦੀਆਂ ਨੇ। ਉਪਚਾਰਿਕ ਪੱਤਰ ਦੇ ਵਿੱਚ ਦੋ ਹਿੱਸੇ ਨੇ, ਵਪਾਰਿਕ ਤੇ ਦਫ਼ਤਰੀ ਪੱਤਰ, ਤੇ ਅਣਉਪਚਾਰਿਕ ਦੇ ਵਿੱਚ ਹੈ ਨਿੱਜੀ ਪੱਤਰ। ਹੁਣ ਅੱਗੇ ਅਸੀਂ ਦੇਖਦੇ ਹਾਂ ਵੀ ਇਹ ਪੱਤਰਾਂ ਦੇ ਵਿੱਚ ਕਿਹਨਾਂ ਬਾਰੇ ਗੱਲ ਕੀਤੀ ਜਾਂਦੀ ਹੈ। ਪਹਿਲਾਂ ਲੈ ਕੇ ਚੱਲਦੇ ਹਾਂ ਬੇਟੇ ਉਪਚਾਰਿਕ ਪੱਤਰ। ਉਪਚਾਰਿਕ ਪੱਤਰ 'ਚ ਵੀ ਪਹਿਲੀ ਕੈਟਾਗਰੀ ਹੈ ਤੁਹਾਡੇ ਕੋਲ ਵਪਾਰਕ ਪੱਤਰ। ਵਪਾਰਕ ਜਿਵੇਂ ਇਹਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ, ਵਪਾਰ ਜਾਂ ਚੀਜ਼ਾਂ ਦਾ ਲੈਣ ਦੇਣ ਕਰਨ ਦੇ ਨਾਲ ਸੰਬੰਧਿਤ ਜਿਹੜਾ ਪੱਤਰ ਹੈ ਉਹ ਵਪਾਰਕ ਪੱਤਰ ਹੈ। ਜਿਵੇਂ ਤੁਸੀਂ ਪੁਸਤਕ ਵਿਕਰੇਤਾ ਤੋਂ ਆਪਣੀ ਕਿਤਾਬਾਂ ਮੰਗਾਉਣ ਦੇ ਲਈ ਪੱਤਰ ਲਿਖਦੇ ਹੋ, ਕਿਸੇ ਕੰਪਨੀ ਦੇ ਮੈਨੇਜਰ ਨੂੰ ਕਿਸੇ ਚੀਜ਼ ਦਾ ਭਾਅ ਰੇਟ ਪਤਾ ਕਰਨ ਦੇ ਲਈ ਪੱਤਰ ਲਿਖਦੇ ਹੋ। ਠੀਕ ਹੈ। ਤੁਸੀਂ ਪੋਲਟਰੀ ਫਾਰਮ ਖੋਲ੍ਹਣਾ ਹੈ ਤਾਂ ਉਹਦੇ ਬਾਰੇ ਜਾਣਕਾਰੀ ਲੈਣ ਦੇ ਲਈ ਪੱਤਰ ਲਿਖਦੇ ਹੋ ਵਪਾਰ ਦੇ ਤੌਰ 'ਤੇ। ਤਾਂ ਇਹ ਜਿਹੜੇ ਪੱਤਰ ਨੇ ਇਹਨਾਂ ਨੂੰ ਆਪਾਂ ਵਪਾਰਿਕ ਪੱਤਰ ਕਹਿੰਦੇ ਹਾਂ, ਜਿਹੜੇ ਕਿਸੇ ਵੀ ਚੀਜ਼ਾਂ ਦੇ ਵਸਤੂਆਂ ਦੇ ਲੈਣ ਦੇਣ ਦੇ ਨਾਲ ਸੰਬੰਧਿਤ ਗੱਲ ਕਰਨੀ ਹੈ ਜਿਨ੍ਹਾਂ ਪੱਤਰਾਂ ਦੇ ਵਿੱਚ, ਉਹ ਸਾਡੇ ਆ ਜਾਂਦੇ ਨੇ ਵਪਾਰਕ ਪੱਤਰ। ਤੇ ਦੂਜੀ ਕੈਟਾਗਰੀ ਉਪਚਾਰਿਕ ਪੱਤਰ ਦੀ ਹੈ ਦਫ਼ਤਰੀ ਪੱਤਰ। ਦਫ਼ਤਰੀ ਪੱਤਰ ਜਿਹੜੇ ਦਫ਼ਤਰ ਦੇ ਤੌਰ 'ਤੇ, ਦਫ਼ਤਰ ਕੀ ਹੈ? ਸਾਡੀ ਸੰਸਥਾ ਹੈ, ਸਕੂਲ ਹੈ, ਕਾਲਜ ਹੈ ਜਾਂ ਆਫਿਸ ਜਿੱਥੇ ਅਸੀਂ ਕੰਮ ਕਰਦੇ ਹਾਂ, ਉਹ ਸਾਡੇ ਦਫ਼ਤਰ ਨੇ। ਤੇ ਉੱਥੋਂ ਨਾਲ ਸੰਬੰਧਿਤ ਜਿਹੜੇ ਪੱਤਰ ਨੇ ਉਹ ਦਫ਼ਤਰੀ ਪੱਤਰ ਨੇ। ਤੁਸੀਂ ਜਿਵੇਂ ਸਕੂਲ ਦੇ ਵਿੱਚ ਛੁੱਟੀ ਲੈਣੀ ਹੈ, ਫੀਸ ਮਾਫੀ ਲਈ ਅਰਜੀ ਲਿਖਣੀ ਹੈ, ਤੁਸੀਂ ਕਿਸੇ ਤਰ੍ਹਾਂ ਦਾ ਸਰਟੀਫਿਕੇਟ ਲੈਣਾ ਹੈ, ਤੁਸੀਂ ਦਾਖਲਾ ਲੈਣਾ ਹੈ, ਠੀਕ ਹੈ, ਜਾਂ ਆਪਣਾ ਜੁਰਮਾਨਾ ਮਾਫ ਕਰਾਉਣਾ ਹੈ, ਇਹ ਜਿਹੜੇ ਪੱਤਰ ਨੇ ਸਾਡੇ ਦਫ਼ਤਰੀ ਪੱਤਰ ਨੇ, ਸਕੂਲ ਨਾਲ ਕਾਲਜ ਨਾਲ ਸੰਬੰਧਿਤ ਨੇ। ਤਾਂ ਇਹ ਨੇ ਸਾਡੇ
ਦਫ਼ਤਰੀ ਪੱਤਰ। ਤਾਂ ਉਪਚਾਰਿਕ ਪੱਤਰ ਬੇਟੇ ਦੋ ਤਰ੍ਹਾਂ ਦੇ ਆਪਾਂ ਕੀਤੇ ਆ, ਵਪਾਰਕ ਪੱਤਰ ਤੇ ਦਫ਼ਤਰੀ ਪੱਤਰ। ਵਪਾਰ ਦੇ ਨਾਲ ਸੰਬੰਧਿਤ ਜਿਹੜੇ ਪੱਤਰ ਨੇ ਉਹ ਵਪਾਰਕ ਪੱਤਰ ਨੇ, ਤੇ ਦਫ਼ਤਰੀ ਪੱਤਰ ਸੰਸਥਾ ਸਕੂਲ ਕਾਲਜਾਂ ਦੇ ਨਾਲ ਸੰਬੰਧਿਤ ਜਿਹੜੇ ਪੱਤਰ ਨੇ ਉਹ ਸਾਡੇ ਦਫ਼ਤਰੀ ਪੱਤਰ ਨੇ। ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਅਗਲੀ ਕੈਟਾਗਰੀ ਵੱਲ। ਨੈਕਸਟ ਹੈ ਬੇਟੇ ਆਪਣੇ ਕੋਲ ਅਣਉਪਚਾਰਿਕ ਪੱਤਰ। ਅਣਉਪਚਾਰਿਕ ਜਿਹਦੇ ਵਿੱਚ ਅਸੀਂ ਕੀ ਲੈ ਲੈਂਦੇ ਹਾਂ, ਨਿੱਜੀ ਜਾਂ ਵਿਅਕਤੀਗਤ ਪੱਤਰ, ਪਰਸਨਲ ਲੈਟਰ ਜਿਹਨੂੰ ਤੁਸੀਂ ਕਹਿੰਦੇ ਹੋ। ਤੁਸੀਂ ਪੈਸੇ ਮੰਗਵਾਉਣ ਲਈ ਆਪਣੇ ਪਿਤਾ ਜੀ ਨੂੰ ਪੱਤਰ ਲਿਖਿਆ ਹੈ, ਠੀਕ ਹੈ, ਘਰ ਦੇ ਹਾਲਾਤ ਦੱਸਣ ਦੇ ਲਈ ਪਿਤਾ ਜੀ ਨੂੰ ਪੱਤਰ ਲਿਖਿਆ ਹੈ। ਤੁਸੀਂ ਹੋਸਟਲ 'ਚ ਰਹਿੰਦੇ ਹੋ, ਆਪਣੇ ਐਗਜ਼ਾਮ ਬਾਰੇ, ਆਪਣੇ ਰਿਜ਼ਲਟ ਬਾਰੇ, ਆਪਣੇ ਪੇਪਰਾਂ ਦੀ ਤਿਆਰੀ ਬਾਰੇ, ਆਪਣੇ ਸਕੂਲ ਦੇ ਸਾਲਾਨਾ ਸਮਾਗਮ ਬਾਰੇ ਆਪਣੇ ਮਾਤਾ ਜੀ ਨੂੰ ਲਿਖਿਆ, ਆਪਣੇ ਮਿੱਤਰ ਨੂੰ ਲਿਖਿਆ, ਆਪਣੇ ਛੋਟੇ ਵੱਡੇ ਭੈਣ ਭਰਾ ਨੂੰ ਪੜ੍ਹਾਈ ਦੇ ਲਈ ਪੱਤਰ ਲਿਖਿਆ, ਖੇਡਾਂ ਵਿੱਚ ਪਾਰਟਿਸਿਪੇਟ ਕਰਨ ਲਈ ਪੱਤਰ ਲਿਖਿਆ, ਤੁਸੀਂ ਆਪਣੇ ਮਿੱਤਰ ਨੂੰ ਆਪਣੇ ਭੈਣ ਭਰਾ ਦੇ ਵਿਆਹ ਲਈ ਸੱਦਿਆ, ਠੀਕ ਹੈ, ਮਾਮਾ ਜੀ ਤੋਂ ਤੁਸੀਂ ਕੋਈ ਗਿਫਟ ਲਿੱਤਾ ਉਹਦਾ ਥੈਂਕ ਯੂ ਕਰਨ ਲਈ ਉਹਦਾ ਧੰਨਵਾਦ ਪੱਤਰ। ਇਹ ਜਿਹੜੇ ਸੰਬੰਧਿਤ ਪੱਤਰ ਨੇ ਇਹ ਸਾਰੇ ਨਿੱਜੀ ਜਾਂ ਵਿਅਕਤੀਗਤ ਪੱਤਰ 'ਚ ਆ ਜਾਂਦੇ ਆ। ਜਿਹੜੇ ਤੁਹਾਡੇ ਰਿਸ਼ਤਿਆਂ ਦੇ ਨਾਲ ਸੰਬੰਧਿਤ ਪੱਤਰ ਨੇ, ਤੁਹਾਡੇ ਅੰਗ ਸਾਕਾਂ ਦੇ ਨਾਲ ਸੰਬੰਧਿਤ ਪੱਤਰ ਨੇ, ਮਾਤਾ ਪਿਤਾ, ਸਹੇਲੀ, ਭੈਣ ਭਰਾ, ਮਾਮਾ ਜੀ, ਚਾਚਾ ਜੀ, ਇਹ ਜਿਹੜੇ ਪੱਤਰ ਨੇ ਜਿਹੜੇ ਅਸੀਂ ਆਫੀਸ਼ੀਅਲ ਤੌਰ 'ਤੇ ਨਹੀਂ ਲਿਖਦੇ। ਸਕੂਲ ਪੱਧਰ 'ਤੇ ਆਪਾਂ ਗੱਲ ਕਰ ਰਹੇ ਹਾਂ, ਤਾਂ ਅੱਜ ਸਿਰਫ ਅਸੀਂ ਗੱਲ ਕਰਨੀ ਹੈ ਦਫ਼ਤਰੀ ਪੱਤਰਾਂ ਦੀ। ਦਫ਼ਤਰੀ ਪੱਤਰ, ਸਭ ਤੋਂ ਪਹਿਲਾ ਪੱਤਰ ਅੱਧੇ ਦਿਨ ਦੀ ਛੁੱਟੀ ਦੇ ਲਈ ਪੱਤਰ। ਤੁਸੀਂ ਸਕੂਲ ਆਏ ਹੋ, ਠੀਕ ਹੈ, ਪਰ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਜਾਂਦੀ ਹੈ, ਦਿੱਕਤ ਹੋ ਜਾਂਦੀ ਹੈ, ਜਿਸ ਕਰਕੇ ਤੁਹਾਨੂੰ ਛੁੱਟੀ ਲੈਣੀ ਪਏਗੀ, ਅੱਧੇ ਦਿਨ ਦੀ ਛੁੱਟੀ ਲੈਣੀ ਹੋਏਗੀ। ਤਾਂ ਉਹਦੇ ਲਈ ਤੁਸੀਂ ਪੱਤਰ ਕਿਵੇਂ ਲਿਖਣਾ ਬੇਟੇ, ਸਕਰੀਨ 'ਤੇ ਤੁਹਾਨੂੰ ਜਿਹੜੀ ਸਲਾਈਡ ਦਿਖ ਰਹੀ ਆ ਉਹਦੇ ਵਿੱਚ ਮੈਂ ਪੂਰਾ ਪੱਤਰ ਲਿਖਿਆ। ਉਸ ਪੱਤਰ ਦਾ ਇੱਕ ਪੈਟਰਨ ਹੈ, ਪੈਟਰਨ ਸਮਝਦੇ ਹੋ ਕਿਸ ਤਰੀਕੇ ਦੇ ਨਾਲ ਪੱਤਰ ਲਿਖਿਆ ਜਾਣਾ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਸ਼ਬਦ ਲਿਖਦੇ ਹਾਂ ਸੇਵਾ ਵਿਖੇ, ਇਹਦਾ ਮਤਲਬ ਕੀ ਹੈ? ਸੇਵਾ ਵਿਖੇ, ਸੇਵਾ ਮਤਲਬ ਕਿਸ ਦੀ ਖਿਦਮਤ ਦੇ ਵਿੱਚ, ਕਿਸ ਨੂੰ ਸੰਬੋਧਨ ਕਰਦੇ ਹੋਏ ਅਸੀਂ ਪੱਤਰ ਲਿਖਣਾ, ਕਿਹਦੇ ਅੰਡਰ ਅਸੀਂ ਜਿਹੜੇ ਹੈ ਇਹ ਗੱਲ ਕਰ ਰਹੇ ਆ। ਤਾਂ ਸਭ ਤੋਂ ਪਹਿਲਾਂ ਸੇਵਾ ਵਿਖੇ ਅਸੀਂ ਸਕੂਲ ਦੇ ਵਿੱਚ ਆ, ਤਾਂ ਜੇਕਰ ਹਾਈ ਸਕੂਲ ਹੈ ਅਸੀਂ ਲਿਖਦੇ ਹਾਂ ਮੁੱਖ ਅਧਿਆਪਕ ਜੀ। ਜੇਕਰ ਤੁਹਾਡਾ ਸਕੂਲ ਸੀਨੀਅਰ ਸੈਕੰਡਰੀ ਹੈ +2 ਤੱਕ ਹੈ ਫਿਰ ਆਪਾਂ ਲਿਖਦੇ ਹਾਂ ਪ੍ਰਿੰਸੀਪਲ ਸਾਹਿਬਾ, ਠੀਕ ਹੈ, ਪ੍ਰਿੰਸੀਪਲ ਸਾਹਿਬ ਜਾਂ ਸਾਹਿਬਾ, ਮੇਲ ਜਾਂ ਫੀਮੇਲ ਦੇ ਹਿਸਾਬ ਦੇ ਨਾਲ ਲਿਖਣਾ ਹੁੰਦਾ। ਉਸ ਤੋਂ ਬਾਅਦ ਬੇਟੇ ਤੁਹਾਡਾ ਸਕੂਲ ਦਾ ਨਾਮ ਆਉਂਦਾ, ਤੁਹਾਨੂੰ ਫਾਰਮੈਟ ਨਾਲ ਦੀ ਨਾਲ ਸਕਰੀਨ 'ਤੇ ਨਜ਼ਰ ਆ ਰਿਹਾ, ਧਿਆਨ ਦੇਣਾ। ਸਰਕਾਰੀ ਅੱਗੇ ਮੈਂ ਖਾਲੀ ਛੱਡਿਆ, ਉੱਥੇ ਜਿਹੜਾ ਵੀ ਤੁਹਾਡੇ ਸਕੂਲ ਦਾ ਨਾਮ ਹੈ ਤੁਸੀਂ ਸਕੂਲ ਦਾ ਨਾਮ ਲਿਖਣਾ। ਫਿਰ ਅੱਗੇ ਥਾਂ, ਕਿਸ ਥਾਂ 'ਤੇ ਤੁਹਾਡਾ ਸਕੂਲ ਹੈ, ਜਿਵੇਂ ਮੈਂ ਸਕੂਲ ਦਾ ਨਾਮ ਲਿਖਿਆ ਦੱਪਰ, ਠੀਕ ਹੈ, ਕਿਹੜੇ ਜ਼ਿਲ੍ਹੇ 'ਚ ਹੈ? ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ। ਅਤੇ ਇੱਥੇ ਲਿਖਣ ਵੇਲੇ ਤੁਸੀਂ ਇੱਕ ਗੱਲ ਦਾ ਹੋਰ ਖਿਆਲ ਰੱਖੋ ਕਿ ਮੈਂ ਮੁੱਖ ਅਧਿਆਪਕ ਸਕੂਲ ਦੱਪਰ ਇਹਨਾਂ ਤੋਂ ਬਾਅਦ ਕੌਮਾ ਪਾਇਆ, ਅਤੇ ਲਾਸਟ ਦੇ ਵਿੱਚ ਜਿਹੜੀ ਸਾਡੀ ਅਖੀਰਲੀ ਲਾਈਨ ਹੈਗੀ ਹੈ ਇਹਦੇ ਵਿੱਚ ਉਹ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿੱਥੇ ਜ਼ਿਲ੍ਹਾ ਲਿਖਿਆ ਉੱਥੇ ਇਹ ਜਿਹੜੀ ਹੈ ਸੰਬੋਧਨ ਖਤਮ ਹੁੰਦਾ ਅਤੇ ਉੱਥੇ ਅਸੀਂ ਕਿਹਦੀ ਵਰਤੋਂ ਕਰਨੀ ਹੈ? ਵਿਸ਼ਰਾਮ ਚਿੰਨ੍ਹ ਦੀ, ਡੰਡੇ ਦੀ, ਕਿਉਂਕਿ ਉੱਥੇ ਇਹ ਗੱਲ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਵਿਸ਼ਾ, ਕਿਸ ਵਿਸ਼ੇ 'ਤੇ ਤੁਸੀਂ ਇਹ ਪੱਤਰ ਲਿਖਿਆ, ਉਹ ਵਿਸ਼ਾ ਜਿਹੜਾ ਤੁਸੀਂ ਸੇਵਾ ਵਿਖੇ ਵਾਲੀ ਜਿਹੜੀ ਲਾਈਨ ਹੈ ਉਸੇ ਸੀਧ ਦੇ ਵਿੱਚ, ਉਸੇ ਮਾਰਜਨ ਦੇ ਉੱਤੇ ਇਹ ਸ਼ਬਦ ਜਿਹੜਾ ਲਿਖਣਾ ਹੈ ਵਿਸ਼ਾ। ਵਿਸ਼ਾ ਕੀ ਹੈ ਜੀ? ਅੱਧੇ ਦਿਨ ਦੀ ਛੁੱਟੀ ਸੰਬੰਧੀ, ਕਿ ਤੁਹਾਨੂੰ ਅੱਧਾ ਦਿਨ ਦੀ ਛੁੱਟੀ ਚਾਹੀਦੀ ਆ, ਉਹਦੇ ਲਈ ਤੁਸੀਂ ਪੱਤਰ ਲਿਖ ਰਹੇ ਹੋ। ਫਿਰ ਸੰਬੋਧਨ ਦੇ ਵਿੱਚ ਤੁਹਾਡੇ ਜੇਕਰ ਸਰ ਨੇ ਤਾਂ ਸ਼੍ਰੀਮਾਨ ਜੀ, ਜੇਕਰ ਮੈਡਮ ਨੇ ਤਾਂ ਸ਼੍ਰੀਮਤੀ ਜੀ। ਉਸ ਤੋਂ ਬਾਅਦ ਅਸੀਂ ਕੌਮਾ ਪਾਵਾਂਗੇ। ਫਿਰ ਕਿਉਂਕਿ ਇਹ ਸਾਡੀ ਸੰਸਥਾ ਦਾ ਪੱਤਰ ਹੈ, ਸਾਡੇ ਸਕੂਲ ਲਈ ਅਸੀਂ ਲਿਖ ਰਹੇ ਹਾਂ, ਮੁੱਖ ਅਧਿਆਪਕ ਨੂੰ ਲਿਖ ਰਹੇ ਹਾਂ, ਤਾਂ ਅਸੀਂ ਕੀ ਕਰਨੀ ਹੈ? ਬੇਨਤੀ ਕਰਨੀ ਹੈ, ਰਿਕੁਐਸਟ ਕਰਨੀ ਹੈ। ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਦਾ ਡੈਸ਼ ਜਮਾਤ ਦਾ ਵਿਦਿਆਰਥੀ ਹਾਂ। ਮੈਂ ਡੈਸ਼ ਇਸ ਲਈ ਪਾਈ ਹੈ ਕਿ ਤੁਸੀਂ ਆਪਣੀ ਜਮਾਤ ਇਹਦੇ ਵਿੱਚ ਲਿਖ ਸਕਦੇ ਹੋ, 6ਵੀਂ ਦੇ ਵੀ ਹੋ ਸਕਦੇ ਹੋ, 10ਵੀਂ ਦੇ ਵੀ ਹੋ ਸਕਦੇ ਹੋ, 12ਵੀਂ ਦੇ ਵੀ ਹੋ ਸਕਦੇ ਹੋ, 8ਵੀਂ ਦੇ ਵੀ ਹੋ ਸਕਦੇ ਹੋ, ਠੀਕ ਹੈ। ਜਿਹੜੀ ਜਮਾਤ 'ਤੇ ਤੁਸੀਂ ਵਿਦਿਆਰਥੀ ਹੋ ਉੱਥੇ ਤੁਸੀਂ ਆਪਣੀ ਜਮਾਤ ਲਿਖਣੀ ਹੁੰਦੀ ਹੈ। ਮੈਂ ਆਪ ਜੀ ਦੇ ਸਕੂਲ ਦਾ ਡੈਸ਼ ਜਮਾਤ ਦਾ ਵਿਦਿਆਰਥੀ ਹਾਂ। ਗੱਲ ਖਤਮ ਹੋ ਗਈ ਤਾਂ ਕੀ ਲਾਵਾਂਗੇ? ਡੰਡੀ। ਵੈਰੀ ਗੁੱਡ। ਮੈਂ ਸਵੇਰੇ ਸਕੂਲ ਆਇਆ ਤਾਂ ਬਿਲਕੁਲ ਠੀਕ ਸੀ, ਪਰ ਥੋੜ੍ਹੀ ਦੇਰ ਬਾਅਦ ਮੇਰੀ ਸਿਹਤ ਖਰਾਬ ਹੋਣ ਲੱਗੀ। ਸਿਰ ਦਰਦ ਅਤੇ ਬੁਖਾਰ ਮਹਿਸੂਸ ਹੋ ਰਿਹਾ ਹੈ। ਕਿਰਪਾ ਕਰਕੇ ਮੈਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ ਜੀ। ਹੁਣ ਤੁਸੀਂ ਛੁੱਟੀ ਕਿਉਂ ਲੈਣੀ ਹੈ? ਤਾਂ ਜੋ ਕਾਰਨ ਦੱਸਣਾ ਨਾਲ ਮੈਂ ਘਰ ਜਾ ਕੇ ਡਾਕਟਰ ਤੋਂ ਦਵਾਈ ਲੈ ਸਕਾਂ ਅਤੇ ਆਰਾਮ ਕਰ ਸਕਾਂ।
ਠੀਕ ਹੈ ਬੇਟਾ, ਤੁਸੀਂ ਪੂਰੀ ਗੱਲ ਜਿਹੜੀ ਹੈ ਐਕਸਪਲੇਨ ਕਰ ਦਿੱਤੀ ਹੈ। ਤੇ ਅਖੀਰ ਦੇ ਵਿੱਚ ਅਸੀਂ ਕੀ ਕਰਨਾ, ਧੰਨਵਾਦ। ਮੈਂ ਆਪ ਜੀ ਦਾ ਅਤ ਧੰਨਵਾਦੀ ਹੋਵਾਂਗਾ ਜਾਂ ਹੋਵਾਂਗੀ। ਉਸ ਤੋਂ ਬਾਅਦ ਆਪਾਂ ਧੰਨਵਾਦ ਕਰਤਾ, ਧੰਨਵਾਦ ਸਾਹਿਤ। ਤੇ ਇਸੇ ਤਰ੍ਹਾਂ ਸੱਜੇ ਪਾਸੇ ਦੇ ਵਿੱਚ ਅਸੀਂ ਆ ਕੇ ਕੀ ਲਿਖਿਆ ਇੱਥੇ, ਆਪ ਜੀ ਦਾ ਆਗਿਆਕਾਰੀ। ਆਗਿਆਕਾਰੀ, ਆਗਿਆ ਮੰਨਣ ਵਾਲਾ। ਤੁਸੀਂ ਮੁੱਖ ਅਧਿਆਪਕ ਦੇ ਆਗਿਆਕਾਰੀ ਹੋ, ਇਸ ਕਰਕੇ ਇਹ ਸ਼ਬਦ ਜਿਹੜਾ ਅਸੀਂ ਇੱਥੇ ਵਰਤਿਆ, ਆਪ ਜੀ ਦਾ ਆਗਿਆਕਾਰੀ। ਅੱਗੇ ਤੁਸੀਂ ਆਪਣਾ ਲਿਖੋਗੇ ਨਾਮ, ਜਮਾਤ, ਰੋਲ ਨੰਬਰ, ਤੇ ਰੋਲ ਨੰਬਰ ਦੇ ਨਾਲ ਹੀ ਸੱਜੇ ਪਾਸੇ ਆ ਕੇ ਖੱਬੇ ਪਾਸੇ ਆ ਕੇ ਕੀ ਲਿਖੋਗੇ, ਮਿਤੀ। ਮਿਤੀ ਤਰੀਕ, ਜਿਸ ਤਰੀਕ ਲਈ ਤੁਸੀਂ ਇਹ ਕੰਮ ਕਰ ਰਹੇ ਹੋ। ਠੀਕ ਹੈ ਬੇਟਾ ਜੀ। ਤੇ ਇਹ ਹੈ ਤੁਹਾਡੀ ਅੱਧੇ ਦਿਨ ਦੀ ਛੁੱਟੀ ਦੇ ਲਈ ਸਕੂਲ ਨੂੰ ਲਿਖਿਆ ਗਿਆ ਪੱਤਰ। ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਰਿਹਾ ਹੋਏਗਾ। ਇੱਦਾਂ ਹੀ ਅਸੀਂ 1-2 ਹੋਰ ਪ੍ਰੈਕਟਿਸ ਕਰਦੇ ਹਾਂ। ਅਗਲੀ ਸਲਾਈਡ 'ਚ ਮੈਂ ਤੁਹਾਨੂੰ ਦਿਖਾਉਂਦੀ ਹਾਂ। ਹਾਂਜੀ ਬੇਟਾ, ਅਗਲਾ ਪੱਤਰ ਜਿਹੜਾ ਹੈ ਆਪਣੇ ਕੋਲ ਉਹ ਹੈ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਬਿਨੇ ਪੱਤਰ। ਠੀਕ ਹੈ, ਤੁਸੀਂ ਸਕੂਲ ਛੱਡਣਾ ਤੇ ਉਹਦੇ ਲਈ ਤੁਸੀਂ ਪੱਤਰ ਲਿਖ ਰਹੇ ਹੋ। ਸਕੂਲ ਛੱਡਣ ਦੇ ਲਈ ਬਿਲਕੁਲ ਉੱਦਾਂ ਹੀ ਜਿਵੇਂ ਅਸੀਂ ਪਹਿਲਾਂ ਕੀਤਾ, ਸੇਵਾ ਵਿਖੇ। ਸੇਵਾ ਵਿਖੇ ਕਿਹਦੀ ਸੇਵਾ ਦੇ ਵਿੱਚ, ਮੁੱਖ ਅਧਿਆਪਕ ਜੀ ਜਾਂ ਪ੍ਰਿੰਸੀਪਲ ਸਾਹਿਬ। ਅੱਗੇ ਸਕੂਲ ਦਾ ਨਾਮ, ਫਿਰ ਆਪਣੇ ਪਿੰਡ ਸ਼ਹਿਰ ਦਾ ਨਾਮ, ਤੇ ਫਿਰ ਆਪਣੇ ਜ਼ਿਲ੍ਹੇ ਦਾ ਨਾਮ, ਤੇ ਉੱਥੇ ਆਏਗੀ ਡੰਡੀ। ਬਾਕੀ ਥਾਂ ਤੇ ਉੱਪਰ ਕਾਮਾ। ਫਿਰ ਅੱਗੇ ਆਪਾਂ ਫਿਰ ਵਿਸ਼ਾ ਲਿਖਿਆ ਵਾ। ਵਿਸ਼ਾ ਕੀ ਹੈ, ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ। ਫਿਰ ਸੰਬੋਧਨ ਆ ਗਿਆ ਜੀ, ਸ਼੍ਰੀਮਾਨ ਜੀ, ਸ਼੍ਰੀਮਤੀ ਜੀ। ਉੱਦਾਂ ਹੀ ਹੁਣ ਪੱਤਰ, ਇਹ ਵੀ ਅਸੀਂ ਬੇਨਤੀ ਦੀ ਕਰਨੀ ਆ। ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਦਾ ਡੈਸ਼ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦੇ ਹਨ। ਲਾਈਨ ਖਤਮ ਹੋ ਗਈ ਤੇ ਅਸੀਂ ਡੰਡੀ ਲਾਤੀ ਹੈ। ਉਹਨਾਂ ਦੀ ਬਦਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਲੁਧਿਆਣਾ ਦੀ ਹੋ ਗਈ ਹੈ। ਮੇਰਾ ਸਾਰਾ ਪਰਿਵਾਰ ਲੁਧਿਆਣੇ ਹੀ ਜਾ ਰਿਹਾ ਹੈ। ਜਿੱਥੇ ਜਿੱਥੇ ਗੱਲ ਖਤਮ ਹੁੰਦੀ ਜਾਏਗੀ ਅਸੀਂ ਡੰਡੀ ਲਾਉਂਦੇ ਜਾਣਾ। ਅਜਿਹੀ ਸਥਿਤੀ ਵਿੱਚ ਮੇਰਾ ਇੱਥੇ ਇਕੱਲੇ ਰਹਿਣਾ ਮੁਸ਼ਕਿਲ ਹੈ। ਮੈਂ ਵੀ ਪਰਿਵਾਰ ਨਾਲ ਲੁਧਿਆਣੇ ਹੀ ਜਾਵਾਂਗਾ। ਇੱਥੇ ਤੁਸੀਂ ਆਪਣੀ ਸਮੱਸਿਆ ਜਿਹੜੀ ਹੈ ਦੱਸ ਦਿੱਤੀ ਹੈ। ਫਿਰ ਅਸੀਂ ਪੈਰਾ ਚੇਂਜ ਕੀਤਾ। ਤੁਸੀਂ ਹੁਣ ਪੱਤਰ ਕਿਉਂ ਲਿਖਿਆ ਉਹਦੇ ਲਈ, ਕਿਰਪਾ ਕਰਕੇ ਮੈਨੂੰ ਮੇਰਾ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ ਜੀ। ਕਿਉਂ ਦਿੱਤਾ ਜਾਵੇ, ਤਾਂ ਜੋ ਮੈਂ ਉੱਥੇ ਜਾ ਕੇ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖ ਸਕਾਂ। ਮੈਂ ਆਪ ਜੀ ਦਾ ਅਤ ਧੰਨਵਾਦੀ ਹੋਵਾਂਗਾ। ਧੰਨਵਾਦ ਸਾਹਿਤ। ਤੇ ਫਿਰ ਉੱਦਾਂ ਹੀ ਸੱਜੇ ਪਾਸੇ ਆਪ ਜੀ ਦਾ ਆਗਿਆਕਾਰੀ, ਨਾਮ, ਜਮਾਤ, ਰੋਲ ਨੰਬਰ ਤੇ ਮਿਤੀ ਆ ਜਾਏਗੀ। ਠੀਕ ਹੈ ਬੇਟਾ ਜੀ। ਹੁਣ ਇਹਦੇ ਵਿੱਚ ਅਸੀਂ ਪੈਰਾ ਚੇਂਜ ਕੀਤਾ। ਪਹਿਲੇ ਵਿੱਚ ਅਸੀਂ ਆਪਣੀ ਸਮੱਸਿਆ ਨੂੰ ਦੱਸ ਦਿੱਤਾ ਤੇ ਦੂਜੇ ਵਿੱਚ ਉਹ ਸਮੱਸਿਆ ਦਾ ਕੀ ਤੁਸੀਂ ਚਾਹੁੰਦੇ ਹੋ ਕੀ ਕੀਤਾ ਜਾਵੇ, ਹੱਲ ਜਿਹੜਾ ਹੈਗਾ ਉਹ ਵੀ ਆਪਣੀ ਗੱਲ ਉਹਦੇ ਵਿੱਚ ਅਸੀਂ ਦੱਸ ਦਿੱਤੀ ਹੈ। ਤੇ ਇਹ ਸੀਗਾ ਆਪਣਾ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਬਿਨੇ ਪੱਤਰ। ਅਗਲੀ ਸਲਾਈਡ ਵੱਲ ਚੱਲਦੇ ਹਾਂ ਆਪਾਂ। ਹਾਂਜੀ ਬੇਟਾ ਜੀ, ਅਗਲਾ ਪੱਤਰ ਆਪਣਾ ਹੈ ਸਕੂਲ ਵਿੱਚ ਦਾਖਲਾ ਲੈਣ ਸੰਬੰਧੀ ਬਿਨੇ ਪੱਤਰ। ਤੁਸੀਂ ਸਕੂਲ ਵਿੱਚ ਐਡਮਿਸ਼ਨ ਲੈਣੀ ਹੈ, ਦਾਖਲਾ ਲੈਣਾ ਹੈ। ਜਿਵੇਂ ਤੁਸੀਂ 5ਵੀਂ ਤੋਂ ਬਾਅਦ 6ਵੀਂ ਦੇ ਵਿੱਚ ਦਾਖਲਾ ਲੈਂਦੇ ਹੋ, ਜਾਂ ਮਿਡਲ ਸਕੂਲ 8ਵੀਂ ਕਰ ਲਈ ਤੁਸੀਂ, ਫਿਰ ਤੁਸੀਂ ਹਾਈ ਸਕੂਲ 'ਚ 9ਵੀਂ 'ਚ ਦਾਖਲਾ ਲੈਂਦੇ ਹੋ, ਉਸ ਦੀ ਆਪਾਂ ਗੱਲ ਕਰਨੀ ਹੈ। ਬਿਲਕੁਲ ਉੱਦਾਂ ਹੀ ਸ਼ੁਰੂ ਕਰਾਂਗੇ ਆਪਾਂ ਖੱਬੇ ਪਾਸੇ ਤੋਂ। ਸੇਵਾ ਵਿਖੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਸਾਹਿਬ ਜੀ, ਅੱਗੇ ਸਕੂਲ ਦਾ ਨਾਮ, ਫਿਰ ਆਪਣੇ ਪਿੰਡ ਸ਼ਹਿਰ ਦਾ ਨਾਮ, ਤੇ ਫਿਰ ਜ਼ਿਲ੍ਹੇ ਦਾ ਨਾਮ। ਜ਼ਿਲ੍ਹੇ ਦੇ ਨਾਮ ਤੋਂ ਬਾਅਦ ਡੰਡੀ। ਵੈਰੀ ਗੁੱਡ। ਫਿਰ ਵਿਸ਼ਾ, ਵਿਸ਼ਾ ਸਕੂਲ ਵਿੱਚ ਦਾਖਲਾ ਲੈਣ ਸੰਬੰਧੀ। ਫਿਰ ਸ਼੍ਰੀਮਾਨ ਜੀ, ਸ਼੍ਰੀਮਤੀ ਜੀ, ਜਿਹਨੂੰ ਅਸੀਂ ਸੰਬੋਧਨ ਕੀਤਾ ਹੈ, ਇੱਥੇ ਵੀ ਅਸੀਂ ਕੀ ਕਰਨੀ ਹੈ, ਬੇਨਤੀ ਕਰਨੀ ਆ। ਬੇਨਤੀ ਇਹ ਹੈ ਕਿ ਮੇਰਾ ਨਾਮ ਡੈਸ਼ ਹੈ। ਤੁਸੀਂ ਆਪਣਾ ਨਾਮ ਲਿਖੋਗੇ। ਠੀਕ ਹੈ। ਮੈਂ ਇਸ ਸਾਲ ਮਾਰਚ 2020 ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਤੋਂ 5ਵੀਂ ਜਮਾਤ ਪਾਸ ਕੀਤੀ ਹੈ ਜੀ। ਜੇਕਰ ਤੁਸੀਂ 5ਵੀਂ ਪਾਸ ਕੀਤੀ ਹੈ 5ਵੀਂ ਲਿਖੋਗੇ, ਜੇ 8ਵੀਂ ਪਾਸ ਕੀਤੀ ਹੈ ਤਾਂ 8ਵੀਂ ਲਿਖੋਗੇ। ਮੇਰੀ ਵੱਡੀ ਭੈਣ ਆਪ ਜੀ ਦੇ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੀ ਹੈ। ਮੈਂ ਵੀ ਆਪ ਜੀ ਦੇ ਸਕੂਲ ਵਿੱਚ 6ਵੀਂ ਜਮਾਤ ਵਿੱਚ ਦਾਖਲਾ ਲੈਣਾ ਚਾਹੁੰਦਾ। 5ਵੀਂ ਪਾਸ ਕਰਕੇ 6ਵੀਂ 'ਚ ਦਾਖਲ ਹੋਣਾ ਹੈ। ਜੇ ਤੁਸੀਂ 8ਵੀਂ ਕਲਾਸ ਲਿਖੋਗੇ ਤਾਂ 9ਵੀਂ 'ਚ ਦਾਖਲ ਹੋਣਾ ਹੈ। ਠੀਕ ਹੈ ਜੀ। ਹੁਣ ਤੁਸੀਂ ਦਾਖਲ ਹੋਣਾ ਹੈ ਤਾਂ ਤੁਹਾਨੂੰ ਕਿਉਂ ਦਾਖਲਾ ਦਿੱਤਾ ਜਾਵੇ, ਇਹਦੇ ਬਾਰੇ ਤੁਸੀਂ ਆਪਣੇ ਬਾਰੇ 2-4 ਗੱਲਾਂ ਜ਼ਰੂਰ ਦੱਸਣੀਆਂ।
ਮੈਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹਾਂ। ਹੁਣ ਇਹ ਗੱਲ ਅਸੀਂ ਪੈਰਾ ਬਦਲ ਕੇ ਲਿਖੀ ਹੈ, ਦੇਖੋ। ਮੈਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹਾਂ। ਮੈਂ 5ਵੀਂ ਵੀ ਪਹਿਲੇ ਦਰਜੇ ਵਿੱਚ ਹੀ ਪਾਸ ਕੀਤੀ ਹੈ, ਠੀਕ ਹੈ। ਮੈਂ 5ਵੀਂ ਜਮਾਤ ਵਿੱਚ ਵੀ ਫਸਟ ਆਇਆ। ਮੈਂ ਕਬੱਡੀ ਦਾ ਚੰਗਾ ਖਿਡਾਰੀ ਹਾਂ। ਹੁਣ ਤੁਸੀਂ ਆਪਣੀ ਖਾਸੀਅਤ ਦੱਸਤੀ। ਮੈਂ ਕੁਝ ਕੁ ਕਵਿਤਾਵਾਂ ਵੀ ਲਿਖੀਆਂ ਹਨ। ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਆਪ ਜੀ ਦੇ ਸਕੂਲ ਦਾ ਨਾਮ ਰੌਸ਼ਨ ਕਰਾਂਗਾ, ਕਿ ਮੈਂ ਬਹੁਤ ਹੀ ਗੁੱਡ ਬੱਚਾ ਹਾਂ, ਬਹੁਤ ਵਧੀਆ ਸਟੂਡੈਂਟ ਹਾਂ, ਬਹੁਤ ਵਧੀਆ ਵਿਦਿਆਰਥੀ ਹਾਂ, ਇਸ ਕਰਕੇ ਤੁਸੀਂ ਮੈਨੂੰ ਦਾਖਲ ਕਰੋ। ਕਿਰਪਾ ਕਰਕੇ ਮੈਨੂੰ ਸਕੂਲ ਵਿੱਚ ਦਾਖਲਾ ਦਿੱਤਾ ਜਾਵੇ ਜੀ। ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ। ਧੰਨਵਾਦ ਸਾਹਿਬ। ਹੁਣ ਇੱਥੇ ਅਸੀਂ ਆਗਿਆਕਾਰੀ ਨਹੀਂ ਲਿਖਿਆ, ਦੇਖੋ ਸੱਜੇ ਪਾਸੇ ਤੁਸੀਂ ਦੇਖੋ, ਮੈਂ ਆਪਾਂ ਕੀ ਲਿਖਿਆ ਇੱਥੇ, ਆਪ ਜੀ ਦਾ ਵਿਸ਼ਵਾਸ ਪਾਤਰ। ਕਾਰਨ, ਕਿਉਂਕਿ ਹਜੇ ਤੁਸੀਂ ਉਸ ਸਕੂਲ 'ਚ ਦਾਖਲ ਨਹੀਂ ਹੋਏ, ਤੁਸੀਂ ਦਾਖਲਾ ਲੈਣਾ ਹੈ, ਠੀਕ ਹੈ। ਤਾਂ ਤੁਸੀਂ ਆਪਣਾ ਵਿਸ਼ਵਾਸ ਪਾਤਰ, ਤੁਹਾਡੇ ਤੇ ਵਿਸ਼ਵਾਸ ਕਰਨ ਵਾਲਾ। ਵਿਸ਼ਵਾਸ ਪਾਤਰ ਦਾ ਮਤਲਬ ਹੁੰਦਾ ਹੈ ਵਿਸ਼ਵਾਸ ਕਰਨ ਵਾਲਾ, ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਨੂੰ ਇਹ ਦਾਖਲਾ ਦਿੱਤਾ ਜਾਏਗਾ। ਇਸ ਕਰਕੇ ਇੱਥੇ ਸ਼ਬਦ ਅਸੀਂ ਕੀ ਵਰਤਣਾ ਹੈ, ਆਪ ਜੀ ਦਾ ਵਿਸ਼ਵਾਸ ਪਾਤਰ। ਨੀਚੇ ਤੁਸੀਂ ਆਪਣਾ ਨਾਮ ਲਿਖੋਗੇ, ਫਿਰ ਆਪਣੇ ਪਿਤਾ ਦਾ ਨਾਮ ਸਪੁੱਤਰ ਤੇ ਆਪਣਾ ਫੋਨ ਨੰਬਰ ਨਾਲ। ਅੱਜ ਕੱਲ੍ਹ ਅਸੀਂ ਫੋਨ 'ਤੇ ਹੀ ਸਾਰੀਆਂ ਗੱਲਾਂ ਕਰਦੇ ਹਾਂ, ਫੋਨ 'ਤੇ ਹੀ ਕੰਟੈਕਟ ਕਰਦੇ ਹਾਂ। ਮਤਲਬ ਜੇਕਰ ਐਡਮਿਸ਼ਨ ਹੋਏਗੀ ਤੁਹਾਨੂੰ ਕਾਲ ਕੀਤੀ ਜਾਏ, ਤਾਂ ਜਿਸ ਜ਼ਮਾਨੇ ਦੇ ਅਸੀਂ ਗੱਲ ਕਰ ਰਹੇ ਹਾਂ ਉਸ ਦੇ ਹਿਸਾਬ ਨਾਲ ਹੀ ਅਸੀਂ ਚੱਲਣਾ ਹੈ। ਪੱਤਰ ਦੇ ਵਿੱਚ ਤੁਸੀਂ ਆਪਣਾ ਨਾਮ, ਪਿਤਾ ਦਾ ਨਾਮ ਤੇ ਫੋਨ ਨੰਬਰ ਜਿਹੜਾ ਦੇ ਦੇਣਾ ਹੈ ਤੇ ਨਾਲ ਤਰੀਕ ਪਾ ਦੇਣੀ ਹੈ। ਇਹ ਹੋ ਗਿਆ ਆਪਣਾ ਸਕੂਲ ਵਿੱਚ ਦਾਖਲਾ ਲੈਣ ਲਈ ਬਿਨੈ ਪੱਤਰ। ਠੀਕ ਹੈ ਬੇਟਾ ਜੀ, ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਗੱਲਾਂ ਜ਼ਰੂਰ ਜਿਹੜੀਆਂ ਸਮਝ ਆ ਰਹੀਆਂ ਹੋਣਗੀਆਂ ਕਿ ਅਸੀਂ ਪੱਤਰ ਜਿਹੜਾ ਹੈ ਕਿਸ ਤਰ੍ਹਾਂ ਦੇ ਨਾਲ ਲਿਖਣਾ ਹੈ। ਤਾਂ ਇਹ ਸੀਗੀ ਬੇਟੇ ਆਪਣੀ ਪੱਤਰ ਰਚਨਾ, ਜਿਹਦੇ ਵਿੱਚ ਅਸੀਂ ਸਿਰਫ ਦਫ਼ਤਰੀ ਪੱਤਰ ਕੀਤੇ ਆ। ਦਫ਼ਤਰ ਵਿੱਚ ਵੀ ਅਸੀਂ ਸਕੂਲ ਪੱਧਰ ਦੇ ਪੱਤਰ ਕੀਤੇ ਆ ਕਿ ਸਕੂਲ ਦੇ ਵਿੱਚ ਛੁੱਟੀ ਦੇ ਲਈ, ਸਕੂਲ ਵਿੱਚ ਦਾਖਲਾ ਲੈਣ ਦੇ ਲਈ ਤੇ ਸਕੂਲ ਦੇ ਵਿੱਚੋਂ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਤੁਸੀਂ ਪੱਤਰ ਕਿਵੇਂ ਲਿਖਣਾ ਹੈ। ਇੰਗਲਿਸ਼ ਤੇ ਪੰਜਾਬੀ ਦੇ ਪੱਤਰ ਰਚਨਾ 'ਚ ਪੁੱਤਰ ਜੀ ਇਹੀ ਫਰਕ ਹੈਗਾ ਕਿ ਇੰਗਲਿਸ਼ ਦਾ ਜਿਹੜਾ ਸਾਰਾ ਪੱਤਰ ਹੈ ਉਹ ਪੂਰਾ ਹੀ ਪੱਤਰ ਇੱਕ ਪਾਸੇ ਲੈਫਟ ਹੈਂਡ ਸਾਈਡ 'ਤੇ ਹੀ ਲਿਖਿਆ ਜਾਂਦਾ। ਤੁਹਾਡੇ ਜਿਹੜਾ ਕਾਪੀ ਹੁੰਦੀ ਆ, ਕਾਪੀ ਦਾ ਜਿਹੜਾ ਪੇਜ ਆ ਉਹਦੇ ਇੱਕ ਪਾਸੇ ਹੀ ਸਾਰਾ ਪੱਤਰ ਜਿਹੜਾ ਲਿਖਿਆ ਜਾਂਦਾ ਹੈ। ਪਰ ਪੰਜਾਬੀ ਦਾ ਜਿਹੜਾ ਫਾਰਮੈਟ ਆ ਉਹ ਹਜੇ ਨਹੀਂ ਬਦਲਿਆ। ਬਹੁਤੇ ਬੱਚੇ ਇਹਨੂੰ ਵੀ ਉੱਦਾਂ ਹੀ ਲਿਖ ਦਿੰਦੇ ਆ ਜਿਵੇਂ ਅੰਗਰੇਜ਼ੀ ਦਾ ਲਿਖਣਾ ਹੁੰਦਾ ਤੇ ਉਹ ਗਲਤ ਹੋ ਜਾਂਦਾ। ਪੰਜਾਬੀ ਦਾ ਫਾਰਮੈਟ ਉਹੀ ਹੈ ਜੋ ਅਸੀਂ ਤੁਹਾਨੂੰ ਹੁਣੇ ਸਕਰੀਨ ਤੇ ਦਿਖਾਇਆ ਸੀ, ਠੀਕ ਹੈ। ਸੇਵਾ ਵਿਖੇ ਜਿਹੜਾ ਹੈ ਉਹ ਤੁਸੀਂ ਪਹਿਲਾਂ ਖੱਬੇ ਪਾਸੇ ਲਿਖਣਾ ਹੈ, ਫਿਰ ਥੋੜ੍ਹਾ ਜਿਹਾ ਥਾਂ ਛੱਡ ਕੇ ਸੰਬੋਧਨ ਦੇ ਵਿੱਚ ਆਪਣਾ ਮੁੱਖ ਅਧਿਆਪਕ, ਪ੍ਰਿੰਸੀਪਲ ਸਾਹਿਬ, ਉਹ ਸਾਰੀਆਂ ਗੱਲਾਂ ਲਿਖਣ ਤੋਂ ਬਾਅਦ ਵਿਸ਼ਾ ਜਿਹੜਾ ਹੈ ਉਹ ਸੇਵਾ ਵਿਖੇ ਦੇ ਬਿਲਕੁਲ ਪਹਿਲਾਂ ਨੀਚੇ ਆ ਕੇ ਲਿਖੋਗੇ। ਉਦੋਂ ਬਾਅਦ ਸ਼੍ਰੀਮਾਨ ਜੀ, ਸ਼੍ਰੀਮਤੀ ਜੀ ਤੇ ਨਾਲ ਕੌਮਾ ਪਾ ਕੇ ਥੋੜ੍ਹਾ ਜਿਹਾ ਗੈਪ ਦੇ ਕੇ ਆਪਣਾ ਪੱਤਰ ਲਿਖਣਾ ਸ਼ੁਰੂ ਕਰੋਗੇ। ਤੇ ਅਖੀਰਲੇ ਜਿਹੜੇ ਸ਼ਬਦ ਨੇ ਜਿੱਥੇ ਤੁਸੀਂ ਆਪ ਜੀ ਦਾ ਆਗਿਆਕਾਰੀ ਲਿਖਣਾ ਹੈ, ਉਹ ਸਾਰੇ ਜਿਹੜੇ ਸ਼ਬਦ ਨੇ ਉਹ ਕਿੱਥੇ ਆਣਗੇ, ਆਪਣੇ ਸੱਜੇ ਪਾਸੇ, ਠੀਕ ਹੈ। ਤਾਂ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਦੇਣਾ ਤੇ ਉਮੀਦ ਹੈ ਕਿ ਤੁਹਾਨੂੰ ਪੱਤਰ ਰਚਨਾ ਜ਼ਰੂਰ ਸਮਝ ਆ ਗਈ ਹੋਵੇਗੀ। ਘਰ ਰਹੋ, ਸੁਰੱਖਿਅਤ ਰਹੋ ਤੇ ਪੜ੍ਹਾਈ ਵੱਲ ਪੂਰਾ ਧਿਆਨ ਰੱਖੋ। ਧਿਆਨ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।